ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਵੀ ਸਚ ਅਗਮ ਅਗੋਚਰ। ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਕਹਾਂ ਬੁੱਧ ਪ੍ਰਭ ਤੁਛ ਹਮਾਰੇ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਵਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਕਬੀਰਾ ਮਰਤਾ ਮਰਤਾ ਜਗ ਮੁਆ ਮਰ ਭੇ ਨਾ ਜਾਣੈ ਕੋਇ। ਐਸੀ ਮਰਣੀ ਜੋ ਮਰੈ ਬਹੁਰ ਨ ਮਰਨਾ ਹੋਇ। ਕਬੀਰਾ ਮਰਤਾ ਮਰਤਾ ਜਗ ਮੁਆ ਮਰ ਭੇ ਨਾ ਜਾਣੈ ਕੋਇ। ਐਸੀ ਮਰਣੀ ਜੋ ਮਰੈ ਬਹੁਰ ਨ ਮਰਨਾ ਹੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਰਾਗ ਬਿਹਾਗੜੇ ਦੀ ਵਾਰ ਵਿੱਚੋਂ ਇਸ ਸਮੇਂ ਜੋ ਪਾਵਨ ਅੰਮ੍ਰਿਤ ਬਚਨ ਵਿਚਾਰ ਅਧੀਨ ਹਨ, ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਨਾਲ ਜੁੜ ਕਰਕੇ ਲਾਹਾ ਪ੍ਰਾਪਤ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਜਗਤ ਦੇ ਮਾਲਕ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਚੀਜ਼ ਤੋਂ ਸਾਰਾ ਸੰਸਾਰ ਡਰਦਾ ਹੈ, ਮਹਾਰਾਜ ਗੱਲ ਹੀ ਉੱਥੋਂ ਸ਼ੁਰੂ ਕਰਦੇ ਹਨ। ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਵਣਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਮੌਤ ਦਾ ਸ਼ਬਦ ਸੁਣ ਕੇ ਪੜ੍ਹ ਕੇ ਦੇਖ ਕਰਕੇ ਸਾਡੇ ਮਨ ਦੇ ਅੰਦਰ ਇੱਕ ਭੈ ਇੱਕ ਡਰ ਪੈਦਾ ਹੁੰਦਾ ਹੈ। ਪਰ ਸਤਿਗੁਰੂ ਜੀ ਦੀ ਬਾਣੀ ਨੂੰ ਜਦੋਂ ਪੜ੍ਹੀਏ ਤੇ ਮਹਾਰਾਜ ਕਹਿੰਦੇ ਮੌਤ ਕੋਈ ਮਾੜੀ ਚੀਜ਼ ਨਹੀਂ ਹੈ। ਮੌਤ ਤੋਂ ਡਰਨ ਦੀ ਲੋੜ ਨਹੀਂ ਹੈ। ਮਰਨ ਮੁਨਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰੈ ਪਰਵਾਣੋ। ਮਰਨਾ ਹੀ ਤਾਂ ਪਰਮਾਤਮਾ ਦੇ ਨੇੜੇ ਲੈ ਜਾਂਦਾ ਹੈ। ਆਪਾਂ ਵੇਖੀਏ ਸੰਸਾਰਿਕ ਪੱਧਰ 'ਤੇ ਵੀ ਮੌਤ ਦੇ ਵਿੱਚ ਫਰਕ ਹੁੰਦਾ ਹੈ। ਇੱਕ ਮਨੁੱਖ ਨਾ ਉਹਨੇ ਆਪਣਾ ਕੋਈ ਪਰਿਵਾਰ ਸੰਭਾਲਿਆ, ਨਾ ਕੋਈ ਕਾਰੋਬਾਰ ਕੀਤਾ, ਸੰਸਾਰ ਵਾਸਤੇ ਵੀ ਕੁਝ ਨਹੀਂ ਕੀਤਾ, ਬਲਕਿ ਵਿਸ਼ੇ ਵਿਕਾਰਾਂ ਵਿੱਚ ਨਸ਼ਿਆਂ ਵਿੱਚ ਗਲਤਾਨ ਹੋ ਗਿਆ, ਮਰ ਗਿਆ। ਲੋਕ ਕਹਿੰਦੇ ਚੰਗਾ ਹੋਇਆ ਮਰ ਗਿਆ ਹੈ। ਉਹਦੀ ਮੌਤ ਵਿਅਰਥ ਚਲੀ ਗਈ, ਮੌਤ ਕਿਸੇ ਕੰਮ ਨਹੀਂ ਆਈ। ਪਰ ਇੱਕ ਮਨੁੱਖ ਆਪਣੇ ਪਰਿਵਾਰ ਵਾਸਤੇ ਬਹੁਤ ਕੁਝ ਕੀਤਾ ਹੈ, ਸੰਸਾਰ ਵਾਸਤੇ ਕੁਝ ਕੀਤਾ, ਉਹਨੂੰ ਸੰਸਾਰ ਯਾਦ ਕਰਦਾ ਹੈ। ਪਰ ਉਸ ਤੋਂ ਵੀ ਅੱਗੇ ਆਪਾਂ ਵੇਖਦੇ ਹਾਂ, ਇੱਕ ਦੇਸ਼ ਦੀ ਖਾਤਰ, ਕੌਮ ਦੀ ਖਾਤਰ ਕੋਈ ਲੜ ਕੇ ਮਰਦਾ ਹੈ, ਉਹਦੀ ਮੌਤ ਨੂੰ ਪ੍ਰਵਾਨ ਕੀਤਾ ਜਾਂਦਾ ਹੈ ਸੰਸਾਰਕ ਤੌਰ 'ਤੇ।
बड़ी वडियाई मिलती है। आपां वेखदे हां, वेखो एक बंदा आम जो परिवार तो भी दूर रह करके विषय विकारां विच माड़ी संगत विच रह के मरिया, कोई नहीं याद करता। एक ने अपने परिवार वास्ते बहुत कीता, परिवार उन्होंने याद करता है, पर अज तां आपां वेखीए परिवार भी याद नहीं करता। आपां वेखदे हां हुण तां लोग जिहड़ी बरसी मनाउंदे ने, बरसी का भाव हुंदा भी साल बाद, बरस दे बाद, पर हुण तां 2-3 महीनों बाद ही लोग ये काम कर देंदे ने। कहंदे निबेड़ो, आपां होर खुशियां दे काम करने ने, मरण वाला मर गया, हुण आपां की करना है, आपां उहनूं नाल थोड़ा चुक्की फिरना है। पर एक कोई सरकारी अहुदे ते काम करदियां होइयां मरिया, ਉਹਦਾ देखो मरण तो बाद ਉਹਦੇ परिवार ਨੂੰ भी लाभ मिलता ਰਹਿੰਦਾ है। पर एक देश कौम की खातर जूझ के मरिया, ਉਹਨੂੰ याद किया जाता है, ਉਹਦੀ शोभा ਹੁੰਦੀ है। इस ਤੋਂ ਅੱਗੇ ਜਿਹੜੇ ਗੁਰਮੁਖ नाम जपीए भगत ਹੁੰਦੇ ਨੇ, ਉਹ ਜੀਵਦੇ ਵੀ संसार ਦਾ भला ਕਰਦੇ ਨੇ, मरण उपरंत भी संसार का भला करते ने। वो किते जाते नहीं, नाम रियो साधु रहो रहो गुरु गोबिंद, कहो नानक ए जगत में किन जपियो गुरमंत। इत्थे सतगुरु जी जिहड़ी मौत का जिक्र कर रहे ने, असल विच अंदरों विकारां दी मौत का महाराज जिक्र कर रहे ने। ते गुरु नानक पातशाह जी भी यही आख्या भी पहला इस मरने नूं कबूल कर लै, पहला मरण कबूल जीवन की छड़ आस। यह जिहड़ी विकारां वास्ते जीवन की आस है छड़ दे, विकारां वास्ते जीवन की आस नहीं रखनी। जीवन की आस इस करके रखनी कि मैं रब की भगती करनी है। जीवन की आस हर एक दी भी मैं लम्मा जीवन जीवां, पर की फायदा उहदा जेकर वो बंदगी तो विहूणा। महाराज कहंदे जे जुग चारे आरजा होर दसूणी होए, नवा खन्ना वे जाणीए, नाल चलै सब कोए, चंगा नाम रखाए कै जस कीरत जग ले, जे तिस वाद ना जे तिस नदर न आवी ता वाद ना पुछै के। जेकर वाहिगुरू की नज़री विच नहीं आया तो तू भावें 4 जुगां जिन्नी तेरी उम्र हो जावे। जे जुग चारे आरजा होर दसूणी होए, उदों वड्डी भी उम्र हो जावे। दसो कि उस उम्र का लाभ है। उम्र भावें थोड़ी होवे, पर वो जे रब की याद में जीविया है, कोई धर्म के मार्ग ते चलिया है, तो लोग उसदा जस करते ने, शोभा करते ने, वडियाई करते ने। आपां वेखदे हां मनुख, आम मनुख मर जावे तो उसदे कई बार रिश्ते भी भोग ते नहीं आउंदे, रिश्तेदार भी वो भी कोई ना कोई बहाना पा के टाल जाते हैं। पर जदों कोई धर्म के मार्ग ते चलदा होया शहीद हुंदा है, मरदा है, भावें उहदी मौत किसी भी तरह होवे, लोग ये चीज़ नहीं वेखदे भी उहदी मौत किस तरह हुई, ये वेखदे ने इहने देन की दित्ती संसार नूं, धर्म वास्ते की कीता है। ते लखां दा इकट्ठ हो जाता है, लोग उहनूं याद करते हैं सदियां तक, रहिंदी दुनिया तक। महाराज उसे मौत का इत्थे जिक्र कर रहे ने भी तू अंदरों विकारां नूं मार, धर्म के मार्ग ते चल, धर्म के मार्ग ते चलदियां कदे भी तेरा शरीर किसी रूप विच भी चला जावे, लोग याद करनगे। वो मौत तेनू रब के घर विच लै जावेगी, वो मौत सफल है। देखो साडे शरीर नूं ना 2 तरह कष्ट हुंदा है। एक कष्ट हुंदा है सानू कोई रोग लग गया, कोई बीमारी है, जां कोई चिंता है, किसी काम की फिक्र लग गए। एक रोगां करके, एक जदों मनुख कोई दुनिया विच प्राप्ति करनी चाहुंदा है, शरीर कष्ट उहनूं भी आउंदा है, गर्मी सर्दी उहनूं भी झलनी पैंदी है। हुण जिहड़ा आम बंदा कोई रोग लग गया, कोई दुख तकलीफ है, शरीर तो वह भी दुखी हो रहा है, ना वो चंगी तरह खा रहा है, ना पा रहा है, ना तुर फिर सकता है, बंदिश विच पिया होया है, पर वो किसी काम नहीं है।
ਇੱਕ ਕਿਸੇ ਦੇ ਸਰੀਰ ਨੂੰ ਕਸ਼ਟ ਆ ਰਿਹਾ, ਨਾ ਉਹ ਬਹੁਤ ਘੱਟ ਖਾਂਦਾ ਹੈ, ਨਾ ਕਿਤੇ ਬਹੁਤਾ ਜਾਂਦਾ ਹੁੰਦਾ, ਉਹ ਪੜ੍ਹਾਈ ਕਰ ਰਿਹਾ ਜਾਂ ਕਿਸੇ ਕਲਾ ਦੀ ਸਾਧਨਾ ਕਰ ਰਿਹਾ ਹੈ। ਜਿਹੜੇ ਆਪਾਂ ਵੇਖਦੇ ਹਾਂ ਵੱਡੇ ਵੱਡੇ ਦੁਨੀਆ ਦੇ ਵਿੱਚ ਨਾਮਵਰ ਕੋਈ ਕਲਾ ਵਾਲੇ ਕਲਾਕਾਰ ਹੋਏ ਨੇ, ਉਹਨਾਂ ਦੀ ਕਦੇ ਸਾਧਨਾ ਉਹਨਾਂ ਦੇ ਜੀਵਨ ਵਿੱਚ ਪੜ੍ਹੋ ਵੀ 20-20 ਘੰਟੇ ਲੱਗਾ ਹੀ ਰਹਿਣਾ, ਰੋਟੀ ਪਾਣੀ ਵੀ ਭੁੱਲ ਜਾਣਾ, ਤਾਂ ਜਾ ਕੇ ਕੋਈ ਮੁਕਾਮ ਹਾਸਲ ਹੋਇਆ। ਕਸ਼ਟ ਬੜਾ ਝੱਲਿਆ ਸਰੀਰ 'ਤੇ, ਪਰ ਕਸ਼ਟ ਝੱਲ ਕੇ ਉਹਨਾਂ ਨੂੰ ਫਿਰ ਬੜੀ ਉੱਚੀ ਪਦਵੀ ਪ੍ਰਾਪਤ ਹੋਈ, ਦੁਨੀਆ ਦੇ ਸਾਰੇ ਸੁੱਖ ਮਿਲ ਗਏ। ਇੱਕ ਨੂੰ ਰੋਗਾਂ ਕਰਕੇ ਤਕਲੀਫ ਨੂੰ ਸਰੀਰ ਹੁੰਦੀ, ਨਾ ਚੱਜ ਨਾਲ ਸੌਂ ਸਕਦਾ, ਨਾ ਖਾ ਸਕਦਾ, ਨਾ ਪਾ ਸਕਦਾ ਹੈ, ਪਰ ਉਹ ਰੋਗ ਉਹਦੇ ਵਾਸਤੇ ਹੋਰ ਦੁਖਦਾਇਕ ਕਲਾ ਕਲੇਸ਼ ਦਾ ਰੂਪ ਹੁੰਦੇ ਨੇ। ਇਸੇ ਤਰ੍ਹਾਂ ਜੇਕਰ ਆਪਾਂ ਬੰਦਗੀ ਤੋਂ ਬਿਨਾਂ ਚੱਲਦੇ ਹਾਂ ਤਾਂ ਇਹ ਸਾਡਾ ਜੀਵਨ ਅੱਗੇ ਹੋਰ ਕਲੇਸ਼ਾਂ ਨਾਲ ਦੁੱਖਾਂ ਨਾਲ ਭਰ ਜਾਵੇਗਾ। ਰੋਗੀ ਦਾ ਜਿਵੇਂ ਜਿਵੇਂ ਰੋਗ ਵੱਧਦਾ ਹੈ ਹੋਰ ਦੁਖੀ ਹੁੰਦਾ ਹੈ, ਪਰ ਇੱਕ ਸਾਧਨਾ ਕਰਨ ਵਾਲਾ ਵੀ ਜਿਵੇਂ ਜਿਵੇਂ ਸਾਧਨਾ ਕਰਦਾ ਹੈ ਤੇ ਉਹਦੇ ਜੀਵਨ ਵਿੱਚ ਸੁੱਖ ਆਉਣ ਲੱਗ ਜਾਂਦੇ ਨੇ। ਜਿਵੇਂ ਜਿਵੇਂ ਉਹ ਸਾਧਨਾ ਕਰਦਾ ਉਹਦਾ ਦੁਨੀਆ ਵਿੱਚ ਨਾਮ ਬਣਨ ਲੱਗ ਜਾਂਦਾ ਹੈ, ਦੁਨੀਆ ਸਤਿਕਾਰ ਕਰਦੀ ਹੈ। ਤੋ ਇੱਥੇ ਜਿਹੜੀ ਮੌਤ ਹੈ ਉਹ ਅੰਤਰੀਵ ਭਾਵ ਦੀ ਮੌਤ ਦਾ ਮਹਾਰਾਜ ਨੇ ਜ਼ਿਕਰ ਕੀਤਾ। ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਹੈ, ਇਹ ਸ਼ਲੋਕ ਨਾ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੇ ਵਿੱਚ ਵੀ ਆਇਆ ਹੈ। ਇੱਥੇ ਅਸਲ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਸ਼ਲੋਕ ਨੂੰ ਖੋਲ੍ਹਿਆ, ਕਿਉਂਕਿ ਬਾਬਾ ਕਬੀਰ ਸਾਹਿਬ ਜੀ ਨੇ ਇਹ ਗੱਲ ਗੁਪਤ ਰੂਪ ਵਿੱਚ ਆਖੀ ਹੈ ਵੀ ਕਿਹੜੀ ਮੌਤ ਦਾ ਜ਼ਿਕਰ ਬਾਬਾ ਕਬੀਰ ਸਾਹਿਬ ਨੇ ਕੀਤਾ ਉਹ ਨਹੀਂ ਪਤਾ ਲੱਗਦਾ, ਆਮ ਸਰੋਤਿਆਂ ਨੂੰ ਨਹੀਂ ਪਤਾ ਲੱਗਦਾ, ਵਿਦਵਾਨਾਂ ਨੂੰ ਗਹਿਰੇ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਗਹਿਰੇ ਸ਼ਬਦ ਵਿੱਚ ਕੀ ਗੱਲ ਆਖੀ ਹੈ। ਆਮ ਸਰੋਤੇ ਜਾਂ ਪੜ੍ਹਨਗੇ ਜਾਂ ਸੁਣਨਗੇ ਤੇ ਉਹ ਭੁਲੇਖੇ ਵਿੱਚ ਪੈ ਜਾਣਗੇ ਕਿਹੜੀ ਮੌਤ ਦਾ ਜ਼ਿਕਰ ਕਰ ਰਹੇ ਨੇ ਭਗਤ ਕਬੀਰ ਸਾਹਿਬ। ਸੋ ਆਓ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਸ਼ਲੋਕ ਕਬੀਰਾ ਮਰਤਾ ਮਰਤਾ ਜਗ ਮੁਆ, ਮਰ ਭੇ ਨਾ ਜਾਣੈ ਕੋਏ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮਰਦਾ ਮਰਦਾ ਸਾਰਾ ਸੰਸਾਰ ਮਰ ਗਿਆ, ਪਰ ਮਰਨ ਦਾ ਢੰਗ ਨਹੀਂ ਆਇਆ। ਮਨੁੱਖ ਨੂੰ ਤੇ ਮਾਫ ਕਰਨਾ, ਜੀਵਨ ਦਾ ਢੰਗ ਵੀ ਅਜੇ ਨਹੀਂ ਆਇਆ। ਜੀਵਨ ਦਾ ਢੰਗ ਕੀ ਸੀ? ਅਸੀਂ ਗੁਰੂ ਦੀ ਮੱਤ ਦੇ ਧਾਰਨੀ ਹੋ ਜਾਂਦੇ, ਅਜੇ ਤੇ ਅਸੀਂ ਗੁਰੂ ਦੀ ਮੱਤ ਦੇ ਧਾਰਨੀ ਨਹੀਂ ਹੋਏ, ਸਾਨੂੰ ਜੀਵਨ ਦਾ ਢੰਗ ਵੀ ਨਹੀਂ ਆਇਆ। ਮਰਨ ਦਾ ਢੰਗ ਤਾਂ ਆਉਣਾ ਹੀ ਕੀ ਹੈ, ਉਹ ਤਾਂ ਇੱਕ ਬਹੁਤ ਵੱਡੀ ਪੜ੍ਹਾਈ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮਰਦਾ ਮਰਦਾ ਜਗ ਮਰ ਗਿਆ, ਪਰ ਮਰਨਾ ਨਹੀਂ ਆਇਆ। ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਹੋਏ। ਹੁਣ ਇੱਥੇ ਖਿਆਲ ਦੇਣਾ, ਐਸੀ ਮਰਨੀ ਕਹਿਤੀ, ਪਰ ਉਹ ਕੈਸੀ ਹੈ? ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਹੋਏ। ਐਸੀ ਮੌਤ ਜਿਹੜਾ ਮਰ ਜਾਵੇ ਉਹਦਾ ਮੁੜ ਕੇ ਮਰਨਾ ਨਹੀਂ ਹੁੰਦਾ। ਉਹ ਕਿਹੜੀ ਮੌਤ ਹੈ? ਭਗਤ ਕਬੀਰ ਸਾਹਿਬ ਨੇ ਉਹ ਗੱਲ ਗੋਪਨੀਏ ਆਖੀ ਹੈ। ਇੱਕ ਨਾ ਬਚਨ ਬਹੁਤ ਸਾਰੇ ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੇ ਸ਼ਬਦ ਹਨ। ਇੱਕ ਸ਼ਬਦ ਆਉਂਦਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਮਲਾਰ ਰਾਗ ਦੇ ਵਿੱਚ, ਕਾਸੀ ਕ੍ਰਿਸ਼ਨ ਚਰਾਵਤ ਗਾਉ, ਮਿਲ ਹਰਜਨ ਸੋਭਾ ਪਾਈ। ਹੁਣ ਭਗਤ ਬਾਣੀ ਬੜੀ ਗਹਿਰੀ ਹੈ, ਬੜੇ ਬੜੇ ਗਹਿਰੇ ਸ਼ਬਦ ਆਖੇ ਨੇ, ਉਹ ਆਪਾਂ ਜਦੋਂ ਆਮ ਪੜ੍ਹਦੇ ਹਾਂ ਪਤਾ ਨਹੀਂ ਲੱਗਦਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਵੀ ਉਹ ਬੜਾ ਗਹਿਰਾ ਬਚਨ ਉੱਥੇ ਕਰ ਰਹੇ ਨੇ। ਕਾਸੀ ਕ੍ਰਿਸ਼ਨ ਚਰਾਵਤ ਗਾਉ, ਮਿਲ ਹਰਜਨ ਸੋਭਾ ਪਾਈ। ਤੇ ਇੱਕ ਗੁਰਮੁਖ ਮੈਨੂੰ ਕਹਿਣ ਲੱਗੇ ਵੀ ਇਹਦੇ ਵਿੱਚ ਕਾਂਸੀ ਤਾਂ ਸ਼ਿਵ ਜੀ ਭੋਲੇਨਾਥ ਦੀ ਵਸਾਈ ਹੋਈ ਹੈ, ਤੇ ਕ੍ਰਿਸ਼ਨ ਜੀ ਗਊਆਂ ਚਰਾਉਂਦੇ ਰਹੇ ਨੇ ਬਿੰਦਰਾਵਨ ਦੇ ਵਿੱਚ। ਹੁਣ ਜਦੋਂ ਆਪਾਂ ਵਿਸ਼ਰਾਮ ਨਾ ਦੇਵਾਂਗੇ, ਕਾਂਸੀ ਕ੍ਰਿਸ਼ਨ ਚਰਾਵਤ ਗਾਉ ਮਿਲ ਹਰਜਨ ਸੋਭਾ ਪਾਈ, ਤੇ ਇੱਦਾਂ ਲੱਗੇਗਾ ਕ੍ਰਿਸ਼ਨ ਜੀ ਕਾਂਸੀ ਦੇ ਵਿੱਚ ਗਊਆਂ ਚਰਾਉਂਦੇ ਰਹੇ ਨੇ। ਪਰ ਕਾਂਸੀ ਤੇ ਵਿਸ਼ਰਾਮ ਦੇਣਾ ਹੈ। ਕਾਂਸੀ ਕ੍ਰਿਸ਼ਨ ਚਰਾਵਤ ਗਾਉ, ਉੱਥੇ ਬਿੰਦਰਾਵਨ ਗੁਪਤ ਰੂਪ ਵਿੱਚ ਹੈ।
ਕਾਂਸੀ ਤੇ ਵਿਸ਼ਰਾਮ ਥੋੜ੍ਹਾ ਜਿਹਾ ਹਲਕਾ ਜਿਹਾ ਦੇਣਾ ਹੈ। ਹੁਣ ਬਿੰਦਰਾਬੰਦ ਦਾ ਉੱਥੇ ਜ਼ਿਕਰ ਨਹੀਂ ਹੈ ਵਿੱਚ, ਪਰ ਜਦੋਂ ਕੋਈ ਆਮ ਪੜ੍ਹੇਗਾ ਸੁਣੇਗਾ ਭੁਲੇਖਾ ਪੈ ਜਾਏਗਾ। ਗੁਰਮੁਖ ਪਿਆਰੇ ਮੈਨੂੰ ਕਹਿਣ ਲੱਗੇ ਵੀ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਈ। ਫਿਰ ਗੁਰੂ ਦੀ ਕਿਰਪਾ ਨਾਲ, ਆਪ ਸੰਗਤਾਂ ਦੇ ਆਸ਼ੀਰਵਾਦ ਨਾਲ ਗੁਰੂ ਪਾਤਸ਼ਾਹ ਜੀ ਨੇ ਮੱਤ ਬੁੱਧ ਬਖਸ਼ੀ ਹੈ। ਜਦੋਂ ਮੈਂ ਉਹਨਾਂ ਨੂੰ ਦੱਸਿਆ, ਕਹਿੰਦੇ ਹਾਂ ਇਹ ਠੀਕ ਹੈ, ਵਿਸ਼ਰਾਮ ਲਗਾ ਕੇ ਇੱਦਾਂ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਸ਼ਬਦ ਨੇ ਇੱਥੇ। ਹੁਣ ਭਗਤ ਕਬੀਰ ਸਾਹਿਬ ਨੇ ਜਿਹੜੀ ਮੌਤ ਦਾ ਜ਼ਿਕਰ ਕੀਤਾ ਹੈ ਉਹ ਗੁਪਤ ਹੈ, ਦੱਸੀ ਨਹੀਂ ਵੀ ਕਿਹੜੀ ਮੌਤ ਹੈ। ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ, ਕੈਸੀ ਮਰਨੀ ਹੈ। ਮਹੱਲਾ ਤੀਜਾ। ਗੁਰੂ ਅਮਰਦਾਸ ਮਹਾਰਾਜ ਜੀ ਅੱਗੇ ਫਰਮਾਨ ਕਰ ਰਹੇ ਨੇ, ਕਿਆ ਜਾਣਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ। ਕੋਈ ਪਤਾ ਨਹੀਂ ਸਾਡੇ ਸਰੀਰ ਦੀ ਮੌਤ ਕਿਵੇਂ ਹੋਣੀ ਹੈ। ਕਿਤੇ ਐਕਸੀਡੈਂਟ ਹੋ ਗਿਆ, ਕਿਤੇ ਹਾਰਟ ਅਟੈਕ ਹੋ ਗਿਆ, ਕਿਤੇ ਰੋਗ ਲੱਗ ਗਿਆ, ਕਿਤੇ 100 ਕਾਰਨ ਹੁੰਦੇ ਨੇ। ਕੋਈ ਪਤਾ ਨਹੀਂ ਕਿਸੇ ਨੂੰ ਮੈਂ ਕਿਸ ਤਰ੍ਹਾਂ ਮਰਨਾ ਹੈ। ਪਰ ਮਹਾਰਾਜ ਹੁਣ ਉਸ ਮੌਤ ਦਾ ਜ਼ਿਕਰ ਕਰਨ ਲੱਗੇ ਨੇ ਜਿਹੜੀ ਭਗਤ ਕਬੀਰ ਸਾਹਿਬ ਨੇ ਗੁਪਤ ਆਖੀ ਹੈ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜੇਕਰ ਰੱਬ ਨਾ ਮਨੋ ਵਿਸਰੇ ਤਾਂ ਫਿਰ ਮਰਨਾ ਸੌਖਾ ਹੋ ਜਾਵੇਗਾ। ਇਹਨੂੰ ਅੱਗੇ ਹੋਰ ਵੀ ਖੋਲ੍ਹਦੇ ਨੇ ਮਹਾਰਾਜ। ਮਰਨੈ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ। ਸਾਰਾ ਜਗਤ ਮਰਨ ਤੋਂ ਡਰਦਾ ਹੈ, ਸਾਰਾ ਸੰਸਾਰ ਜੀਵਨ ਚਾਹੁੰਦਾ ਹੈ। ਪਰ ਮਹਾਰਾਜ ਕਹਿੰਦੇ, ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ। ਹੁਣ ਇਸ ਮੌਤ ਦਾ ਪੂਰਾ ਜ਼ਿਕਰ ਇੱਥੇ ਕਰਤਾ। ਕਿਹੜੀ ਮਰਨੀ ਜੇ ਐਸੀ ਮਰਨੀ ਜੋ ਮਰੈ। ਉਹ ਕੈਸੀ ਮਰਨੀ? ਗੁਰ ਪ੍ਰਸਾਦੀ ਜੀਵਤ ਮਰੈ। ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਅੰਦਰੋਂ ਜੀਵਦਿਆਂ ਹੀ ਮਰ ਜਾਵੇ। ਭਾਵ ਆਪਣੇ ਮਨ ਦੀਆਂ ਸਾਰੀਆਂ ਇੱਛਾਵਾਂ ਨੂੰ ਖਤਮ ਕਰਕੇ ਗੁਰੂ ਦੀ ਮੱਤ ਦੇ ਅਨੁਸਾਰ ਚੱਲੇ। ਕਿਉਂਕਿ ਮਨ ਦੀਆਂ ਇੱਛਾ ਤੇ ਮਨ ਮਿੰਟ ਵਿੱਚ ਕੁਝ ਦਾ ਕੁਝ ਸੋਚੀ ਜਾਂਦਾ, ਮੈਨੂੰ ਇਹ ਮਿਲ ਜੇ, ਇਹ ਮਿਲ ਜਾਵੇ। ਜੀਵਨ ਜੀ ਰਿਹਾ ਹੈ ਪਰ ਮਨ ਦੇ ਮੁਤਾਬਕ ਨਹੀਂ, ਗੁਰੂ ਦੀ ਮੱਤ ਦੇ ਅਨੁਸਾਰ ਚੱਲ ਰਿਹਾ ਹੈ। ਇਹ ਜਿਹੜੀ ਮਨ ਦੀ ਮੌਤ ਹੈ, ਇੱਥੇ ਮਨ ਦੀ ਮੌਤ ਦਾ, ਵਿਕਾਰਾਂ ਦੀ ਮੌਤ ਦਾ ਜ਼ਿਕਰ ਕੀਤਾ। ਵਿਕਾਰਾਂ ਦੇ ਫੁਰਨੇ ਅੰਦਰ ਪੈਦਾ ਨਾ ਹੋਣ। ਹੁਕਮੈ ਬੂਝੈ ਸੋਏ। ਉਹ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਲੈਂਦਾ ਹੈ, ਜਾਣ ਲੈਂਦਾ ਸਾਰੀ ਖੇਡ ਨੂੰ। ਨਾਨਕ ਐਸੀ ਮਰਨੀ ਜੋ ਮਰੈ, ਤਾਂ ਸਤ ਜੀਵਨ ਹੋਏ। ਐਸੀ ਮਰਨੀ ਕੋਈ ਵਿਰਲਾ ਮਰਦਾ ਹੈ। ਜਿਹਨੂੰ ਜੀਵਨ ਦਾ ਤਾਤਪਰ ਸਮਝ ਆ ਗਿਆ, ਉਹ ਫਿਰ ਦੁਨੀਆ ਦੀਆਂ, ਵਿਸ਼ਿਆਂ ਦੀਆਂ, ਵਿਕਾਰਾਂ ਦੀਆਂ, ਵਿਅਰਥ ਦੀਆਂ ਗੱਲਾਂ ਛੱਡ ਕੇ ਬਾਣੀ ਦੇ ਵਿੱਚ ਸੁਰਤ ਜੋੜ ਲੈਂਦਾ ਹੈ। ਪਰ ਉਹ ਕਰੋੜਾਂ ਵਿੱਚੋਂ ਕੋਈ ਇੱਕ ਹੁੰਦਾ ਹੈ, ਬਹੁਤੇ ਨਹੀਂ ਹੁੰਦੇ, ਬਹੁਤ ਘੱਟ ਹੁੰਦੇ ਨੇ। ਮਹਾਰਾਜ ਕਹਿੰਦੇ, ਗੁਰੂ ਦੀ ਕਿਰਪਾ ਨਾਲ ਐਸੀ ਮੌਤ ਅੰਦਰੋਂ ਵਿਕਾਰਾਂ ਦੀ, ਮਨ ਦੇ ਫੁਰਨਿਆਂ ਦੀ ਮਰਨੀ। ਇਹ ਕੋਈ ਆਪਣੇ ਆਪ ਨੂੰ ਮਾਰ ਲੇ, ਆਪਣੀ ਈਗੋ ਨੂੰ ਮਾਰ ਲੇ। ਆਪਾਂ ਪਤਾ ਕਿਉਂ ਨਹੀਂ ਗੁਰੂ ਦੀ ਮੱਤ 'ਤੇ ਚੱਲਦੇ? ਕਿਉਂਕਿ ਅਸੀਂ ਆਪਣਾ ਆਪ ਚੱਕੀ ਫਿਰਦੇ ਹਾਂ ਵੀ ਮੈਂ ਵੀ ਕੁਝ ਹਾਂ। ਜਿਵੇਂ ਭਗਤ ਰਵਿਦਾਸ ਜੀ, ਉਹਨਾਂ ਨੇ ਦੱਸਣਾ ਕੀਤਾ, ਕਹਿੰਦੇ ਮਨੁੱਖ ਕਹਿੰਦਾ ਵੀ ਮੇਰੇ ਜੀਵਨ ਵਿੱਚ ਰੱਬ ਪ੍ਰਗਟ ਨਹੀਂ ਹੁੰਦਾ। ਮੈਂ ਬਾਣੀ ਵੀ ਬੜੀ ਪੜ੍ਹੀ, ਨਾਮ ਵੀ ਬੜਾ ਜਪਿਆ ਹੈ। ਜਦੋਂ ਤੱਕ ਆਪਾਂ ਹਉਮੈ ਨਾਲ ਬਾਣੀ ਪੜ੍ਹਾਂਗੇ ਨਾ ਵੀ ਮੈਂ ਕਰ ਰਿਹਾ ਇੰਨਾ ਕੁਝ, ਰੱਬ ਨਹੀਂ ਮਿਲੇਗਾ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੇ ਉਦਤ ਜਲ, ਕੇਵਲ ਜਲ ਮਾਹੀ। ਜਦੋਂ ਤੱਕ ਮੈਂ ਕਰਦਾ ਹੈ, ਰੱਬ ਪ੍ਰਗਟ ਨਹੀਂ ਹੁੰਦਾ। ਭਾਵੇਂ ਧਾਰਮਿਕ ਸਥਾਨਾਂ 'ਤੇ ਜਾ ਕੇ ਬੈਠਾ ਰਹੇ, ਉੱਥੇ ਹੀ ਘਰ ਬਣਾ ਲਵੇ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ। ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਐਸੀ ਮਰਨੀ ਜਿਹੜਾ ਮਰੇਗਾ, ਭਾਵ ਆਪਣੇ ਮਨ ਨੂੰ ਮਾਰ ਲਵੇ, ਹਉਮੈ ਨੂੰ ਮਾਰ ਲਵੇ, ਵਿਕਾਰਾਂ ਨੂੰ ਮਾਰ ਲਵੇ, ਗੁਰੂ ਦੀ ਮੱਤ ਦੇ ਅਨੁਸਾਰ ਚੱਲੇ, ਉਹਨੂੰ ਸਦੀਵੀ ਜੀਵਨ ਮਿਲ ਜਾਂਦਾ ਹੈ, ਆਤਮਿਕ ਜੀਵਨ ਮਿਲ ਜਾਂਦਾ ਹੈ। ਮੌਤ ਦੇ ਵਿੱਚੋਂ ਜੀਵਨ ਪੈਦਾ ਹੁੰਦਾ ਹੈ। ਫਿਰ ਪੌੜੀ। ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਨ ਕਰ ਰਹੇ ਨੇ, ਜਾਂ ਆਪ ਕਿਰਪਾਲ ਹੋਵੇ ਹਰ ਸੁਆਮੀ, ਤਾਂ ਆਪਣਾ ਨਾਮ ਹਰ ਆਪ ਜਪਾਵੈ। ਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ,
ਰੱਬ ਦੀ ਭਗਤੀ ਦੇ ਮਾਰਗ ਤੇ ਚੱਲਿਆ। ਇੱਕ ਗੱਲ ਯਾਦ ਰੱਖੀ, ਮਹਾਰਾਜ ਕਹਿੰਦੇ ਤੂੰ ਨਾਮ ਨਹੀਂ ਜਪ ਸਕਦਾ, ਇਸ ਕਰਕੇ ਸਦਾ ਅਰਦਾਸ ਕਰਨੀ, ਮਾਲਕ ਤੁਸੀਂ ਕਿਰਪਾ ਕਰੋ। ਤੇ ਉਹ ਜਦੋਂ ਵਾਹਿਗੁਰੂ ਆਪ ਨਾਮ ਜਪਾਉਂਦਾ ਉਦੋਂ ਹੀ ਮਨੁੱਖ ਜਪ ਸਕਦਾ ਹੈ। ਹਉ ਕੁਰਬਾਨ ਜਾਈ ਤੇਰੇ ਨਾਮੈ, ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ। ਜਿਹਨੂੰ ਬਖਸ਼ ਲੈਂਦਾ ਹੈ। ਤੇ ਮਹਾਰਾਜ ਫਰਮਾਨ ਕਰ ਰਹੇ ਨੇ ਕਿ ਉਹ ਮਾਲਕ ਜਦੋਂ ਕਿਰਪਾ ਕਰਦਾ ਜਾਂ ਆਪ ਕਿਰਪਾਲ ਹੋਵੇ ਹਰ ਸੁਆਮੀ, ਤਾਂ ਆਪਣਾ ਨਾਮ ਹਰ ਆਪ ਜਪਾਵੇ। ਜਦੋਂ ਵਾਹਿਗੁਰੂ ਸੁਆਮੀ ਕਿਰਪਾਲੂ ਹੁੰਦਾ ਹੈ, ਜਿਸ ਤੇ ਕਿਰਪਾ ਕਰਦਾ ਉਹਦੇ ਕੋਲੋਂ ਆਪਣਾ ਨਾਮ ਜਪਾ ਲੈਂਦਾ ਹੈ। ਆਪੇ ਸਤਿਗੁਰ ਮੇਲ ਸੁਖ ਦੇਵੈ, ਆਪਣਾ ਸੇਵਕ ਆਪ ਹਰ ਭਾਵੈ। ਵਾਹਿਗੁਰੂ ਕੀ ਕਰਦਾ ਹੈ, ਜਿਹੜਾ ਜਗਿਆਸੂ ਉਹਨੂੰ ਭਾ ਜਾਂਦਾ ਹੈ, ਉਹਨੂੰ ਸੱਚੇ ਸਤਿਗੁਰੂ ਨਾਲ ਮੇਲ ਦਿੰਦਾ ਹੈ। ਸੱਚੇ ਸਤਿਗੁਰੂ ਨੂੰ ਮਿਲ ਕੇ ਫਿਰ ਇਹ ਸੇਵਕ ਬਣ ਕੇ ਨਾਮ ਜਪਦਾ ਹੈ, ਤੇ ਐਸਾ ਸੇਵਕ ਵਾਹਿਗੁਰੂ ਨੂੰ ਫਿਰ ਭਾ ਜਾਂਦਾ ਹੈ। ਸਾਰਾ ਕੁਝ ਉਹਦੀ ਬਖਸ਼ਿਸ਼ ਨਾਲ ਹੀ ਹੁੰਦਾ ਹੈ। ਆਪਣਿਆਂ ਸੇਵਕਾਂ ਕੀ ਆਪ ਪੈਜ ਰੱਖੈ, ਆਪਣਿਆਂ ਭਗਤਾਂ ਕੀ ਪੈਰੀ ਪਾਵੈ। ਆਪਣਿਆਂ ਸੇਵਕਾਂ ਦੀ ਆਪ ਪੈਜ ਰੱਖਦਾ ਹਰ ਇੱਕ ਥਾਂ ਤੇ। ਆਪਣਿਆਂ ਭਗਤਾਂ ਦੀ ਸੰਸਾਰ ਨੂੰ ਪੈਰੀ ਪਾ ਦਿੰਦਾ। ਸੰਸਾਰ ਰੱਬ ਦੇ ਭਗਤਾਂ ਦੇ ਪੈਰਾਂ ਆ ਕੇ ਪੈਂਦੇ ਨੇ, ਨਮਸਕਾਰਾਂ ਕਰਦੇ ਹਨ। ਧਰਮ ਰਾਏ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨਾ ਆਵੈ। ਇੱਥੇ ਵੀ ਸਾਰੀ ਦੁਨੀਆ ਉਹਦੇ ਅੱਗੇ ਝੁਕਦੀ ਹੈ, ਵੱਡੇ ਵੱਡੇ ਰਾਜੇ ਮਹਾਰਾਜੇ। ਤੇ ਧਰਮ ਰਾਜਾ ਜਿਸ ਨੂੰ ਵਾਹਿਗੁਰੂ ਨੇ ਅਸਥਾਪਨ ਕੀਆ ਹੈ ਧਰਮ ਦਾ ਨਿਆਂ ਕਰਨ ਵਾਸਤੇ, ਉਹ ਧਰਮ ਰਾਜ ਵੀ ਵਾਹਿਗੁਰੂ ਪਰਮਾਤਮਾ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦਾ। ਉਹ ਵੀ ਉਹਨਾਂ ਦਾ ਭੈ ਮੰਨਦਾ ਹੈ, ਡਰ ਕੇ ਰਹਿੰਦਾ ਹੈ ਰੱਬ ਦੇ ਭਗਤਾਂ ਦੇ ਕੋਲੋਂ। ਬਾਣੀ ਵਿੱਚ ਇਸ ਪ੍ਰਥਾਏ ਹੋਰ ਵੀ ਬਚਨ ਆਏ ਨੇ, ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ। ਇਹ ਵੀ ਬਚਨ ਆਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੈ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨੀਤ ਨਾਉ ਨੈ ਤੂੰ ਨੈ ਛੁਟੈ, ਨਿਕਟ ਨਾ ਜਾਈਓ ਦੂਤ। ਧਰਮ ਰਾਜ ਆਪਣੇ ਦੂਤਾਂ ਨੂੰ ਕਹਿੰਦਾ ਵੀ ਭੁੱਲ ਕੇ ਵੀ ਰੱਬ ਦੇ ਭਗਤਾਂ ਦੇ ਨੇੜੇ ਨਹੀਂ ਜਾਣਾ। ਜੇ ਕਿਤੇ ਰੱਬ ਦੇ ਭਗਤ ਉਹਦੇ ਘਰ ਚਲੇ ਜਾਣ ਤੇ ਉਹ ਕਹਿੰਦਾ ਵੀ ਮੇਰੇ ਧੰਨ ਭਾਗ ਹੱਥ ਜੋੜ ਕੇ ਖੜ ਜਾਂਦਾ ਹੈ, ਸੇਵਾ ਹੁਕਮ ਕਰੋ, ਮੇਰਾ ਘਰ ਤੁਸੀਂ ਪਵਿੱਤਰ ਕਰ ਦਿੱਤਾ। ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ। ਜਿਵੇਂ ਆਪਣੇ ਘਰ ਵਿੱਚ ਕੋਈ ਆਵੇ ਰੱਬ ਦਾ ਪਿਆਰਾ, ਆਪਾਂ ਕਹਿੰਦੇ ਸਾਡਾ ਘਰ ਪਵਿੱਤਰ ਹੋ ਗਿਆ ਜੀ। ਧਰਮ ਰਾਜ ਵੀ ਕਹਿੰਦਾ ਕੋਈ ਰੱਬ ਦਾ ਪਿਆਰਾ ਉਹਦੇ ਘਰ ਜਾਵੇ ਨਾ, ਵੈਸੇ ਹੀ ਗੇੜਾ ਮਾਰਨ ਤੇ ਉਹ ਕਹਿੰਦੇ ਮੇਰਾ ਘਰ ਪਵਿੱਤਰ ਹੋ ਗਿਆ, ਸਫਲ ਹੋ ਗਿਆ। ਤੋ ਮਹਾਰਾਜ ਫਰਮਾਨ ਕਰਦੇ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਧਰਮ ਰਾਜਾ ਰੱਬ ਦੇ ਪਿਆਰਿਆਂ ਦਾ ਭੈ ਕਰਦਾ ਹੈ, ਉਹਨਾਂ ਦੇ ਨੇੜੇ ਨਹੀਂ ਆਉਂਦਾ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਝਗ ਝਗ ਆਵੇ ਜਾਵੇ। ਜਿਹੜਾ ਰੱਬ ਦਾ ਪਿਆਰਾ ਬਣ ਗਿਆ, ਉਹ ਸਾਰਾ ਸੰਸਾਰ ਉਹਨੂੰ ਪਿਆਰ ਕਰਨ ਲੱਗ ਜਾਂਦਾ ਹੈ। ਹੋਰ ਕੇਤੀ ਝੱਖ ਝੱਖ ਆਵੇ ਜਾਵੇ, ਹੋਰ ਪਤਾ ਨਹੀਂ ਕਿੰਨੀ ਦੁਨੀਆ ਆਉਂਦੀ ਜਾਂਦੀ ਮਰਦੀ ਹੈ, ਕੋਈ ਯਾਦ ਕਰਦਾ ਹੀ ਨਹੀਂ ਹੈ। ਪਰ ਜਿਨ੍ਹਾਂ ਨੇ ਰੱਬ ਦੀ ਬੰਦਗੀ ਕੀਤੀ, ਨਾਮ ਜਪਿਆ, ਭਾਵੇਂ ਉਹ ਸਤਿਯੁਗ ਦਾ ਸਮਾਂ ਸੀ, ਹਜ਼ਾਰਾਂ ਸਾਲ ਲੰਘ ਗਏ, ਅੱਜ ਵੀ ਆਪਾਂ ਉਹਨਾਂ ਭਗਤਾਂ ਨੂੰ ਯਾਦ ਕਰਦੇ ਹਾਂ। ਜਿਹੜੇ ਭਗਤ ਪ੍ਰਹਿਲਾਦ ਜੀ ਹਨ, ਧਰੂ ਜੀ ਹਨ, ਇਹ ਸਤਿਯੁਗੀ ਭਗਤ ਹਨ, ਸਤਿਯੁਗ ਦੇ ਵਿੱਚ ਹੋਏ ਹਨ। ਹੋਰ ਵੀ ਬਹੁਤ ਸਾਰੇ ਭਗਤ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਆਇਆ ਹੈ। ਅੱਜ ਵੀ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਇਵੇਂ ਲੱਗਦਾ ਜਿਵੇਂ ਕੱਲ੍ਹ ਦੀ ਗੱਲ ਹੈ। ਪਰ ਜਿਹੜੇ ਆਪਣੇ ਦਾਦੇ ਪੜਦਾਦੇ ਅੱਗੇ ਲੱਕੜ ਦਾਦੇ ਹੋਰ ਹੋ ਚੁੱਕੇ ਨੇ, ਕੋਈ ਯਾਦ ਕਰਦਾ, ਇਹਨਾਂ ਨੂੰ ਕੋਈ ਨਾਂ ਲੈਂਦਾ ਹੀ ਨਹੀਂ ਹੈ। ਕਿਉਂਕਿ ਜਿਨ੍ਹਾਂ ਨੇ ਨਾਮ ਜਪਿਆ, ਬੰਦਗੀ ਕੀਤੀ, ਮਹਾਰਾਜ ਕਹਿੰਦੇ ਨਾਮ ਰਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਇਸ ਕਰਕੇ ਮਹਾਰਾਜ ਕਹਿੰਦੇ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਝੱਕ ਝੱਕ ਆਵੇ ਜਾਵੇ। ਜਿਹੜਾ ਰੱਬ ਦਾ ਪਿਆਰਾ
ਉਹਨੂੰ ਸਾਰਾ ਸੰਸਾਰ ਵਾ ਦੇਵੀ ਸ਼ਕਤੀਆਂ ਜਿੰਨੀਆਂ ਗੁਪਤ ਸ਼ਕਤੀਆਂ ਨੇ ਉਹ ਵੀ ਉਹਨੂੰ ਪਿਆਰ ਸਤਿਕਾਰ ਕਰਦੀਆਂ ਨੇ। ਹੋਰ ਦੁਨੀਆ ਪਤਾ ਨਹੀਂ ਕਿੰਨੀ ਕਾਈ ਤੇ ਚਲੀ ਗਈ, ਪਰ ਵਿਰਲੇ ਹਨ ਜਿਹੜੇ ਆਪਣੇ ਜੀਵਨ ਨੂੰ ਸਫਲ ਕਰਦੇ ਨੇ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਜੀ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ